सत श्री अकाल। पंजाब स्टार टीवी वेख रहे सारे दर्शकों का स्वागत है। मैं हाँ कमलप्रीत कौर लैके हाजिर हाँ प्रोग्राम पंजाब डिस्कशन। पंजाब डिस्कशन दे विच असीं लगातार तुहानूं दिल्ली दे सिंघू बॉर्डर दीयां तस्वीरां विखाईयां ते अज फिर किसानां दी ही गलबात करांगे पंजाब डिस्कशन दे विच। सब तो पहला गलबात करांगे ਜਿਹੜਾ ਜੁਆਇੰਟ ਸੈਕਟਰੀ ਹੈ ਖੇਤੀਬਾੜੀ ਕੇਂਦਰੀ ਉਸਨੇ ਇੱਕ ਵਾਰ ਫਿਰ ਤੋਂ 5 ਪੇਜਾਂ ਦੀ ਜਿਹੜੀ ਚਿੱਠੀ ਹੈ ਉਹ ਕਿਸਾਨਾਂ ਨੂੰ ਭੇਜੀ ਹੈ। ਮੀਟਿੰਗ ਲਈ ਇੱਕ ਵਾਰ ਫਿਰ ਤੋਂ ਜਿਹੜਾ ਸੱਦਾ ਦਿੱਤਾ ਗਿਆ। ਹਾਲਾਂਕਿ ਪਿਛਲੀ ਮੀਟਿੰਗ ਤੋਂ ਬਾਅਦ ਕੇਂਦਰ ਸਰਕਾਰ ਤੇ ਕਿਸਾਨਾਂ ਵਿਚਾਲੇ ਤਲਖੀ ਵਧੀ ਸੀ ਤੇ ਕਿਸਾਨਾਂ ਨੇ ਵੀ ਚੇਤਾਵਨੀ ਦਿੱਤੀ ਸੀ ਕਿ ਹੁਣ ਗੱਲਬਾਤ ਨਹੀਂ ਹੋਏਗੀ, ਪਰ ਇੱਕ ਵਾਰ ਫਿਰ ਤੋਂ ਜਿਹੜਾ ਗੱਲਬਾਤ ਦਾ ਸਿਲਸਿਲਾ ਹੈ ਉਹ ਸ਼ੁਰੂ ਹੋਣ ਜਾ ਰਿਹਾ ਹੈ। ਤੇ ਨਾਲ ਹੀ ਗੱਲਬਾਤ ਕਰਾਂਗੇ ਕਿ ਭਾਜਪਾ ਦੇ ਜਿਹੜੇ ਲੀਡਰ ਨੇ ਉਹਨਾਂ ਦੀਆਂ ਬਿਆਨਬਾਜ਼ੀਆਂ ਖੇਤੀਬਾੜੀ ਕਾਨੂੰਨਾਂ ਦੇ ਹੱਕ ਦੇ ਵਿੱਚ ਲਗਾਤਾਰ ਜਾਰੀ ਨੇ और दूजे पासे ਜਿਹੜੇ ਭਾਜਪਾ ਦੇ ਲੀਡਰ ਨੇ ਇਸ ਦੇ ਵਿਰੋਧ ਦੇ ਵਿੱਚ ਕਈ ਅਸਤੀਫੇ ਵੀ ਦੇ ਰਹੇ ਨੇ, ਉਹ ਵੀ ਜਾਰੀ ਹੈ ਅਸਤੀਫਿਆਂ ਦਾ ਦੌਰ। ਤੇ ਨਾਲ ਹੀ ਆੜਤੀ ਜਿਹੜੇ ਕਿਸਾਨਾਂ ਦੇ ਸਮਰਥਨ ਦੇ ਵਿੱਚ ਉਤਰੇ ਹੋਏ ਨੇ, ਲਗਾਤਾਰ ਕਿਸਾਨਾਂ ਦੇ ਸਮਰਥਨ ਦੇ ਵਿੱਚ ਆਵਾਜ਼ ਬੁਲੰਦ ਕਰ ਰਹੇ ਨੇ, ਉਹਨਾਂ ਦੇ ਉੱਤੇ ਇਨਫੋਰਸਮੈਂਟ ਡਾਇਰੈਕਟੋਰੇਟ ਈਡੀ ਦੇ ਵੱਲੋਂ ਜਿਹੜੀ ਰੇਡ ਹੈ, ਇਨਕਮ ਟੈਕਸ ਦੇ ਵੱਲੋਂ ਰੇਡ ਹੈ ਜਿਹੜੀ ਉਹ ਪਾਈ ਗਈ ਹੈ। ਇਹਨਾਂ ਸਾਰੀਆਂ ਖਬਰਾਂ ਦਾ ਵਿਸਥਾਰ ਦੇ ਨਾਲ ਪੜਚੋਲ ਦੇ ਨਾਲ ਇਹਨਾਂ ਤੇ ਗੱਲਬਾਤ ਕਰਾਂਗੇ। ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਇੰਦਰਪ੍ਰੀਤ ਸਿੰਘ। ਸਰ ਬਹੁਤ ਬਹੁਤ ਸਵਾਗਤ ਹੈ। थैंक यू सर सब तो पहला तो आप यही गल करिए कि जिहड़ा मीटिंग का सिलसिला एक बार रुकिया सी अमित शाह की मीटिंग तो बाद थोड़ी तलखी वधी सी अमित शाह दे नाल जिहड़ी मीटिंग हुई 5वें गेट की, उस तो बाद हुण एक बार फिर तो 5 पेजां दी जिहड़ी चिट्ठी है किसानां नूं भेजी गई है। की इस चिट्ठी दे विच खास है, की रहण वाला है अगली मीटिंग दे विच खास? देखो इहदे च दो तीन चीज़ां हैगियां ने। मतलब आपां अमित शाह जी दी मीटिंग तो बाद दी ही गल करिए तां अमित शाह जी नाल जिहड़ी मीटिंग होई सी उस तो उन्होंने उस मीटिंग की जो मतलब फार्मर लीडर्स ने बाहर आके कहा है उस तो जो मैं अंदाजे लगा रहा और उन्होंने फार्मर यूनियन नूं भी कहा कि भी साडे लई बहुत औखा है बिलां नूं वापस लेना। बिलां दे विच तुसीं जो सुधार करना चाहते हो करवाना चाहते हो वो करवा लो, असीं उहदे लई रेडी हां, लेकिन सानूं बिल वापस लैण लई ना कहो। यही दूजे पासे फार्मर्स ने कहता कि ਅਸੀਂ ਵੀ ਆਪਣੇ ਬੰਦਿਆਂ ਨੂੰ ਜਿਹੜੇ ਇੰਨੇ ਲੈ ਕੇ ਆਏ ਆ ਔਰ ਪਿਛੇ 2-2.5 ਮਹੀਨੇ ਪਹਿਲਾਂ ਅਸੀਂ ਉੱਥੇ ਸੰਘਰਸ਼ ਚਲਾਇਆ, ਫਿਰ ਇੱਥੇ ਅੰਦੋਲਨ ਕਰ ਰਹੇ ਹਾਂ। ਹੁਣ ਪਿਛਲੇ 1 ਮਹੀਨਾ ਲਗਭਗ ਹੋਣ ਵਾਲਾ 25 ਦਿਨ ਹੋ ਚੁੱਕੇ ਆ ਤੇ ਹੁਣ ਅਸੀਂ ਇੱਥੇ ਬੈਠੇ ਆ ਤਾਂ ਸਾਡੇ ਲਈ ਵੀ ਪ੍ਰੋਬਲਮ ਹੈ। ਅਸੀਂ ਵੀ ਇਹੀ ਕਹਿ ਕੇ ਆਏ ਆ ਵੀ ਉਹ ਜਿਹੜੇ ਲੋਕ ਸਾਡੇ ਨਾਲ ਆਏ ਆ ਉਹਨਾਂ ਨੂੰ ਇਹ ਮਤਲਬ ਕਹਿ ਕੇ ਲੈ ਕੇ ਆਏ ਆ ਕਿ ਜਦ ਤੱਕ ਬਿੱਲ ਵਾਪਸ ਨਹੀਂ ਹੁੰਦੇ ਅਸੀਂ ਨਹੀਂ ਆਣਾ। ਤਾਂ ਦੋਨੋਂ ਪਾਸੇ ਇਹ ਜਿਹੜਾ ਇੱਕ ਕਹਿ ਰਹੇ ਹੋ ਗਤੀਰੋਧ ਬਣ ਗਿਆ ਹੁਣ ਉਸ ਨੂੰ ਤੋੜਨਾ ਕਿੱਦਾਂ ਹੈ। ਇਹਦੇ ਲਈ ਪਹਿਲਾਂ ਉਹਨਾਂ ਨੇ ਇੱਕ ਜਿਹੜੇ ਸਮਝ ਲਓ ਕਿ ਪੁਆਇੰਟ ਸੀਗੇ 3 ਬਿੱਲ ਨੇ, 3 ਬਿੱਲਾਂ 'ਚ ਕੀ ਪੁਆਇੰਟਸ ਤੇ ਇੱਕ ਉਹਦੀ ਮਦਦ ਦੇ ਉੱਤੇ ਕੀ ਇਤਰਾਜ਼ ਹੈ ਤੇ ਉਸ ਤੇ ਸਰਕਾਰ ਕੀ ਪ੍ਰਸਤਾਵ ਕਰਦੀ ਹੈ ਜੇ ਉਹਨੂੰ ਠੀਕ ਕਰੇਗੀ, ਉਹਨੂੰ ਸਟੇਟਾਂ ਨੂੰ ਕਹੇਗੀ ਠੀਕ ਕਰ ਲਓ ਜਾਂ ਕਿਸ ਜੋ ਵੀ ਹੈਗਾ ਉਹ ਸਾਰੇ ਉਹਨਾਂ ਲਿਖ ਕੇ ਇਹਨਾਂ ਨੂੰ ਕਿਸਾਨਾਂ ਨੂੰ ਭੇਜ ਦਿੱਤੇ ਕਿ ਵੀ ਆਹ ਸਾਡੇ ਵੱਲੋਂ ਪ੍ਰਪੋਜ਼ਲ ਹੈ, ਤੁਸੀਂ ਦੱਸੋ। ਕਿਸਾਨਾਂ ਨੇ ਸਿਰਫ 2 ਲਾਈਨ ਦਾ ਇੱਕ ਉਹਨਾਂ ਨੂੰ ਜਵਾਬ ਭੇਜਦਾ ਕਿ ਸਾਨੂੰ ਬਿੱਲਾਂ ਦੇ ਰੱਦ ਹੋਣ ਤੋਂ ਘੱਟ ਕੁਝ ਵੀ ਮਨਜ਼ੂਰ ਨਹੀਂ। ਉਸ ਤੋਂ ਬਾਅਦ ਫਿਰ ਗੱਲਬਾਤ ਰੁਕੀ ਗਈ। ਮਤਲਬ ਫਿਰ ਨਾ ਤਾਂ ਸਰਕਾਰ ਵੱਲੋਂ ਕੋਈ ਆਫਰ ਹੋਇਆ ਤੇ ਨਾ ਹੀ ਫਾਰਮਰਸ ਵੱਲੋਂ ਕੋਈ ਆਫਰ ਹੋਇਆ ਤੇ ਲਗਾਤਾਰ ਜਿਹੜਾ ਉੱਥੇ ਵੱਧ ਰਿਹਾ। ਤੇ ਹੁਣ ਕੱਲ ਤੁਸੀਂ ਦੇਖਿਆ ਹੋਣਾ ਯੂਪੀ ਵਾਲਾ ਬਾਰਡਰ ਵੀ ਉਹਨਾਂ ਨੇ ਪਰਸੋਂ ਰੋਕਤਾ। ਸੋ फार्मर ऑर्गेनाइजेशंस ਦੇ ਵਿੱਚ ਹਜੇ ਤੱਕ ਚਾਹੇ 25 ਦਿਨ ਹੋ ਗਏ ਆ ਉਹਨਾਂ ਚ ਕਿਸੇ ਵੀ ਕਿਸਮ ਦੀ ਮਤਲਬ ਜੇ ਤੁਸੀਂ ਕਹੋ ਹਤੋਤਸਾਹਿਤ ਨਹੀਂ ਹੈਗੇ ਉਹ ਬਹੁਤ ਚੜ੍ਹਦੀ ਕਲਾ ਚ ਨੇ ਇਸ ਟਾਈਮ ਦੀ। ਮਤਲਬ ਔਰ ਜਿੰਨਾ ਉਹਨਾਂ ਨੂੰ ਮਤਲਬ ਪ੍ਰੋਤਸਾਹਨ ਮਿਲ ਰਿਹਾ ਲੋਕਾਂ ਵੱਲੋਂ, ਬਾਹਰਲੇ ਲੋਕਾਂ ਵੱਲੋਂ, ਦੇਸ਼ ਦੇ ਲੋਕਾਂ ਵੱਲੋਂ, ਉਹਨਾਂ ਨੂੰ ਬੂਸਟ ਵੀ ਕਰ ਰਿਹਾ ਹੈ। ਮਤਲਬ ਕਿ ਹਾਂ ਕੋਈ ਗੱਲ ਨਹੀਂ, ਅਸੀਂ ਠੰਡ ਹੈ ਤਾਂ ਵੀ ਕੋਈ ਗੱਲ ਨਹੀਂ, ਮੀਂਹ ਪੈ ਰਿਹਾ ਤਾਂ ਵੀ ਕੋਈ ਗੱਲ ਨਹੀਂ, ਅਸੀਂ ਡਟੇ ਹੋਏ ਹਾਂ। ਮਤਲਬ ਤੁਸੀਂ ਦੇਖ ਲਓ ਲਗਭਗ ਮੈਂ ਕੱਲ ਕਾਊਂਟ ਕਰ ਰਿਹਾ ਸੀ ਕਿ 27 ਬੰਦੇ ਹੁਣ ਤੱਕ ਮਤਲਬ ਮਰ ਚੁੱਕੇ ਆ ਇਸ ਅੰਦੋਲਨ ਦੇ ਵਿੱਚ। ਲੇਕਿਨ ਫਿਰ ਵੀ ਅੰਦੋਲਨ ਠੰਡਾ ਨਹੀਂ ਪੈ ਰਿਹਾ, ਅੰਦੋਲਨ ਲਗਾਤਾਰ ਬਲਕਿ ਜੋਸ਼ ਵਧਦਾ ਜਾ ਰਿਹਾ ਹੈ ਹੋਰ ਜ਼ਿਆਦਾ। ਜਿਵੇਂ ਜਿਵੇਂ ਠੰਡ ਵਧ ਰਹੀ ਹੈ ਉਵੇਂ ਉਵੇਂ ਕਿਸਾਨਾਂ ਦੇ ਅੰਦਰ ਗਰਮੀ ਵੀ ਵਧ ਰਹੀ ਹੈ। ਬਿਲਕੁਲ। ਤੇ ਹੁਣ ਮਤਲਬ ਤੁਸੀਂ ਕਹੋ ਕਿ 7-8 ਦਿਨ ਦਾ ਜਿਹੜਾ ਉਹ ਗਤੀਰੋਧ ਜਿਹਾ ਬਣਿਆ ਹੋਇਆ ਸੀ ਜਿਸ 'ਚ ਕੁਝ ਵੀ ਨਹੀਂ ਸੀ ਹੋ ਰਿਹਾ, ਉਹਦੇ ਵਿੱਚ ਐ ਨਹੀਂ ਆਪਾਂ ਕਹਿ ਸਕਦੇ ਵੀ ਉਹ 'ਚ ਕੁਝ ਹੋਇਆ ਨਹੀਂ ਹੋਇਆ। 7 ਦਿਨ ਲਗਾਤਾਰ ਕਿਸਾਨਾਂ ਨੂੰ ਤੋੜਨ ਦਾ ਯਤਨ ਹੋਇਆ। ਉਹਦੇ 'ਚ ਚਾਹੇ ਉਹਨਾਂ ਨੂੰ ਖਾਲਿਸਤਾਨੀ ਕਿਹਾ ਗਿਆ, ਚਾਹੇ ਉਹਨਾਂ ਨੂੰ ਨਕਸਲੀ ਕਿਹਾ ਗਿਆ, ਚਾਹੇ ਮਤਲਬ ਕਿੰਨਾ ਕਿ ਤਰ੍ਹਾਂ ਦਾ ਵੀ ਉਹ ਬਾਹਰੋਂ ਫੰਡਿੰਗ ਹੋ ਰਹੀ ਹੈ ਉਹਨਾਂ ਨੂੰ, ਇਸ ਤਰ੍ਹਾਂ ਦੇ ਇਲਜ਼ਾਮ ਲਗਾਏ ਗਏ ਹਨਾ। ਇਹਦੇ ਪਿੱਛੇ ਇੱਕ ਨੇਤਾ ਭਾਜਪਾ ਦੇ ਨੇਤਾ ਨੇ ਤਾਂ ਇੱਥੋਂ ਤੱਕ ਕਹਿਤਾ ਕਿ ਇਹਦੇ ਪਿੱਛੇ ਚੀਨ ਤੇ ਪਾਕਿਸਤਾਨ ਦਾ ਹੱਥ ਹੈ। ਤਾਂ ਇਸ ਤਰ੍ਹਾਂ ਦੇ ਬਿਆਨ ਜਿਹੜੇ ਲੱਗਦੇ ਰਹੇ ਲਗਾਤਾਰ।
ਪਰ ਜਿਸ ਤਰ੍ਹਾਂ ਲੋਕਾਂ ਨੇ ਜਿਵੇਂ ਖਾਰਿਜ ਕਰਤਾ ਉਹਨਾਂ ਨੂੰ, ਤਾਂ ਸਰਕਾਰ ਦੇ ਉਲਟਾ ਪੈ ਗਿਆ। ਤਾਂ ਇਹ ਵੀ ਇਹ ਤਾਂ ਯਾਰ ਅਸੀਂ ਕੁਝ ਕਹਿ ਰਹੇ ਸੀ ਤੇ ਲੇਕਿਨ ਕੁਝ ਹੋਰ ਹੋ ਗਿਆ। ਫਿਰ ਉਹਨਾਂ ਨੇ ਇਹ ਕਰਤਾ, SYL ਵਾਲਾ ਇਸ਼ੂ ਉਠਾਤਾ ਹਰਿਆਣਾ ਵੱਲੋਂ ਕਿ ਤਾਂ ਕਿ ਪੰਜਾਬ ਤੇ ਹਰਿਆਣਾ ਨੂੰ ਤੋੜ ਦਈਏ ਅਸੀਂ, ਕਿਉਂਕਿ ਇਹੀ ਦੋ ਮੇਜਰ ਫੋਰਸਸ ਨੇ ਉੱਥੇ। ਤੇ ਲੇਕਿਨ ਉਹ ਵੀ ਉਹਨਾਂ ਦਾ ਕਾਮਯਾਬ ਨਹੀਂ ਹੋਇਆ। ਹਰਿਆਣਾ ਦੇ ਕਿਸਾਨਾਂ ਨੇ ਕਹਿਤਾ ਵੀ ਪਾਣੀ ਦਾ ਮਸਲਾ ਬਾਅਦ ਚ ਦੇਖਾਂਗੇ, ਪਹਿਲਾਂ ਤਾਂ ਜ਼ਮੀਨ ਬਚਾਉਣ ਦਾ ਮਸਲਾ। ਔਰ ਮੇਰੀ ਖੁਦ ਵੀ ਹਰਿਆਣਾ ਦੇ ਕਿਸਾਨਾਂ ਦੇ ਨਾਲ ਗੱਲਬਾਤ ਹੋਈ ਸੀ ਇਸ ਮੁੱਦੇ ਤੇ। ਉਹ ਕਹਿੰਦੇ ਸੀ ਕਿ ਇਹ ਵੀ ਮਸਲਾ ਸਰਕਾਰਾਂ ਤੋਂ ਨਹੀਂ ਸੁਲਝਣਾ, ਵੀ ਅਸੀਂ ਭਰਾ ਬੈਠ ਕੇ ਸੁਲਝਾਵਾਂਗੇ। ਬਿਲਕੁਲ ਐਗਜ਼ੈਕਟਲੀ। ਤੇ ਇਹ ਜਿਹੜੀ ਚੀਜ਼ਾਂ ਨੇ ਇਹ ਦੇਖੋ, ਹੁਣ ਮੈਨੂੰ ਲੱਗਦਾ ਕਿ ਆਲਮੋਸਟ ਸਰਕਾਰ ਸਾਰੀਆਂ ਕੋਸ਼ਿਸ਼ਾਂ ਕਰ ਚੁੱਕੀ ਹੈ ਜੋ ਕਰ ਸਕਦੀ ਹੈ। ਪ੍ਰਧਾਨ ਮੰਤਰੀ ਨੇ ਮਨ ਕੀ ਬਾਤ ਕੀਤੀ ਮੱਧ ਪ੍ਰਦੇਸ਼ ਦੇ ਕਿਸਾਨਾਂ ਨਾਲ, ਅੰਦੋਲਨ ਇਹ ਕਰ ਰਹੇ ਆ, ਉਹ ਤਾਂ ਅੰਦੋਲਨ ਕਰ ਹੀ ਨਹੀਂ ਰਹੇ। ਜਾਂ ਤਾਂ ਉਹਨਾਂ ਨੂੰ ਮਨਜ਼ੂਰ ਨੇ ਨਵੇਂ ਬਿੱਲ, ਤੇ ਜਾਂ ਫਿਰ ਉਹ ਤੁਹਾਡੇ ਨਾਲ ਹੀ ਨੇ, ਤਾਂ ਫਿਰ ਉਹਨਾਂ ਨਾਲ ਗੱਲ ਕਰਨ ਦਾ ਤਾਂ ਪਹਿਲੀ ਗੱਲ ਤਾਂ ਇਹ ਹੈ ਵੀ ਇਹ ਇਸ਼ੂ ਮੱਧ ਪ੍ਰਦੇਸ਼ ਦਾ ਨਹੀਂ ਹੈਗਾ, ਇਹ ਪੰਜਾਬ ਤੇ ਹਰਿਆਣਾ ਦਾ ਹੀ ਹੈ। ਮੈਂ ਕਹਿ ਰਿਹਾ ਇਹ ਕਿਸਾਨਾਂ ਦਾ ਹੈ। ਪਰ ਤੁਸੀਂ ਇਹ ਦੇਖੋ ਨਾ ਕਿ ਕਿਹੜੇ ਕਿਸਾਨ ਅੰਦੋਲਨ ਕਰ ਰਹੇ ਨੇ, ਕਿਹੜੇ ਕਿਸਾਨ ਨਾਰਾਜ਼ ਨੇ। ਤੁਸੀਂ ਜਿਹੜੇ ਨਾਰਾਜ਼ ਨੇ ਉਹਨਾਂ ਨੂੰ ਮਨਾਣਾ, ਕਿ ਜਿਹੜੇ ਮੰਨੇ ਹੀ ਹੋਏ ਨੇ ਉਹਨਾਂ ਨੂੰ ਮਨਾਣਾ। ਇਹ ਇੱਕ ਇਸ਼ੂ ਹੈ, ਠੀਕ ਹੈ। ਦੂਜਾ ਫਿਰ ਤੁਸੀਂ ਗੁਜਰਾਤ ਦੇ ਕਿਸਾਨਾਂ ਨਾਲ ਗੱਲਬਾਤ ਕੀਤੀਆਂ। ਗੁਜਰਾਤ ਦੇ ਉਹਨਾਂ ਕਿਸਾਨਾਂ ਨਾਲ ਗੱਲਬਾਤ ਕਰ ਰਹੇ ਹੋ ਜਿਨ੍ਹਾਂ ਦੀਆਂ ਜ਼ਮੀਨਾਂ ਖੋਣ ਲਈ ਤੁਸੀਂ ਸੁਪਰੀਮ ਕੋਰਟ 'ਚ ਐਫੀਡੇਵਿਟ ਦਿੱਤੇ ਹੋਏ ਨੇ ਜਾਂ ਅਪੀਲਾਂ ਕੀਤੀਆਂ ਹੋਈਆਂ ਨੇ, ਜਦਕਿ ਉਹ ਥੱਲੇ ਤੋਂ ਲੈ ਕੇ ਹਾਈ ਕੋਰਟ ਤੱਕ ਸਾਰੇ ਕੇਸ ਜਿੱਤੇ ਹੋਏ ਨੇ। ਫਿਰ ਵੀ ਤੁਸੀਂ ਸੁਪਰੀਮ ਕੋਰਟ 'ਚ ਜ਼ੋਰ ਲਗਾਇਆ ਹੋਇਆ। ਖੁਦ ਜਦੋਂ ਇਹ ਚੀਫ ਮਿਨਿਸਟਰ ਸੀਗੇ ਉਦੋਂ ਗਿਆ ਹੋਇਆ। ਤੁਸੀਂ ਦੇਖੋ ਕਿ ਉਹ 2014 ਤੋਂ ਪਹਿਲਾਂ ਦੇ ਉਸ 'ਚ ਦਾਖਲ ਹੋਏ ਨੇ, 6-6 7-7 ਸਾਲ ਤਾਂ ਉਹਨਾਂ ਨੂੰ ਹੋ ਚੁੱਕਿਆ। ਤਾਂ ਉਹਨਾਂ ਕਿਸਾਨਾਂ ਨਾਲ ਤੁਸੀਂ ਗੱਲ ਕਰ ਰਹੇ ਹੋ, ਉਹ ਤੁਹਾਡੀ ਗੱਲ ਕਿਵੇਂ ਮੰਨਣਗੇ? ਸੋ ਇਹ ਚੀਜ਼ਾਂ ਬਹੁਤ ਸਾਰੀਆਂ ਸੀਗੀਆਂ ਜਿਨ੍ਹਾਂ ਦੇ ਉੱਤੇ ਫਿਰ ਕਦੀ ਮਤਲਬ ਉਹ ਗੁਰੂ ਤੇਗ ਬਹਾਦਰ ਜੀ ਦਾ ਕੱਲ ਉਹ ਸ਼ਹੀਦੀ ਪੁਰਬ ਸੀ, ਉਸ 'ਚ ਰਕਾਬ ਗੰਜ ਸਾਹਿਬ ਗੁਰਦੁਆਰਾ ਜਾਣਾ, ਤਾਂ ਠੀਕ ਹੈ ਗੁਰਦੁਆਰੇ ਜਾਣ ਨੂੰ ਤਾਂ ਕੋਈ ਉਹ ਹੈ ਨਹੀਂ, ਲੇਕਿਨ ਇੱਕ ਖਾਸ ਮੌਕੇ ਦੇ ਉੱਤੇ ਤੁਸੀਂ ਉਹ ਜੇ ਤਾਂ ਤੁਹਾਨੂੰ ਗੁਰੂ ਤੇਗ ਬਹਾਦਰ ਜੀ ਤੋਂ ਉਹਨਾਂ ਨੇ ਕਿਹਾ ਕਿ ਮੈਨੂੰ ਬੜੀ ਪ੍ਰੇਰਣਾ ਮਿਲਦੀ ਹੈ, ਤਾਂ ਕੱਲ ਹੀ ਥੋੜੀ ਪ੍ਰੇਰਣਾ ਮਿਲੀ ਹੈ। ਜੇ ਉਹਨਾਂ ਤੋਂ ਪ੍ਰੇਰਣਾ ਮਿਲਦੀ ਹੈ ਤਾਂ ਉਹਨਾਂ ਨੇ ਤਾਂ ਸ਼ਹਾਦਤ ਦਿੱਤੀ ਹੈ ਦਿੱਲੀ ਨੂੰ ਬਚਾਉਣ ਦੇ ਲਈ। 6 ਸਾਲ ਲਗਾਤਾਰ ਤੁਸੀਂ ਪ੍ਰਾਈਮ ਮਿਨਿਸਟਰ, ਪਿਛਲੇ ਸਾਲਾਂ 'ਚ ਤਾਂ ਕਦੇ ਵੀ ਨਹੀਂ ਗਏ, ਤੇ ਅੱਜ ਹੀ ਪ੍ਰੇਰਣਾ ਜਾਗ ਪਈ। ਤਾਂ ਮਤਲਬ ਮੈਂ ਕਹਿ ਰਿਹਾ ਵੀ ਠੀਕ ਹੈ ਗੁਰਦੁਆਰੇ ਜਾਓ, ਕੋਈ ਹਰਜ ਨਹੀਂ, ਉਹਦੇ 'ਚ ਨਮਸਤਕ ਹੋਵੋ, ਸਭ ਕੁਝ ਕਰੋ, ਜੋ ਕਰਨਾ ਕਰੋ, ਉਹ ਤੁਹਾਡਾ ਆਪਣਾ ਹੈ। ਦੇਖੋ ਮੇਰਾ ਬਲੀਵ ਹੈ ਪਰਮਾਤਮਾ ਦੇ ਉੱਤੇ, ਉਹ ਮੇਰਾ ਹੀ ਹੈ, ਮਤਲਬ ਉਹ ਮੈਂ ਸ਼ੋ ਆਫ ਨਹੀਂ ਕਰੂੰਗਾ ਹੈ ਨਾ। ਲੇਕਿਨ ਇਹਨਾਂ ਦਾ ਪੂਰਾ IT ਸੈੱਲ ਤੁਸੀਂ ਦੇਖ ਲਓ ਕਿ ਉਹ ਲੱਗ ਜਾਂਦਾ ਹੈ ਬਣਾਉਣ ਕਿ ਜੀ ਉਹ ਬਿਨਾਂ ਫੋਰਸ ਤੋਂ ਚਲੇ ਗਏ ਜੀ, ਬਿਨਾਂ ਅਚਾਨਕ ਚਲੇ ਗਏ ਜੀ। ਇਹ ਜਿਹਾ ਕੀ ਮਤਲਬ ਉਹਨਾਂ ਨੂੰ ਇਲਹਾਮ ਹੋਇਆ ਕਿ ਉਹ ਅਚਾਨਕ ਉੱਥੇ ਚਲੇ ਗਏ? ਇਸ ਤਰ੍ਹਾਂ ਦੀ ਨਹੀਂ। ਦੇਖੋ ਪੂਰਾ ਪ੍ਰੋਪਰ ਉਹ ਹੈਗਾ, ਨਾ ਹੀ ਪ੍ਰਾਈਮ ਮਿਨਿਸਟਰ ਇਦਾਂ ਜਾ ਸਕਦੇ ਆ, ਸਾਰੀ ਸਿਕਿਉਰਿਟੀ ਉੱਥੇ ਸੀਗੀ। ਤੇ ਚਲੋ ਮੈਂ ਇਹਨਾਂ ਗੱਲਾਂ 'ਚ ਨਹੀਂ ਜਾਂਦਾ, ਇਹ ਬਹੁਤ ਛੋਟੀਆਂ ਗੱਲਾਂ ਨੇ ਕਿ ਤੁਸੀਂ ਗੁਰਦੁਆਰੇ ਗਏ ਨਹੀਂ ਗਏ, ਇਹ ਇਹਨਾਂ ਚੀਜ਼ਾਂ 'ਚ ਆਪਾਂ ਨਹੀਂ ਜਾ ਰਹੇ। ਇਸ਼ੂ ਤਾਂ ਕਿਸਾਨਾਂ ਦੇ ਬਿੱਲਾਂ ਦਾ, ਕਿਸਾਨਾਂ ਦੇ ਕਾਨੂੰਨਾਂ ਦਾ। ਅਸੀਂ ਉਸ ਤੇ ਗੱਲ ਕਰ ਰਹੇ ਹਾਂ ਕਿ ਨਹੀਂ ਕਰ ਰਹੇ, ਇਹ ਹੈ ਮੇਨਲੀ ਜਿਹੜੀ ਗੱਲ ਹੈ। ਹੁਣ ਕੱਲ ਇਸ ਤੋਂ ਬਾਅਦ ਜਦੋਂ ਕਿਸਾਨਾਂ ਨੇ ਆਪਣੇ ਨਵੀਂ ਰਣਨੀਤੀ ਤੈਅ ਕਰਤੀ ਕਿ ਅਸੀਂ 11 ਬੰਦੇ ਰੋਜ਼ ਭੁੱਖ ਹੜਤਾਲ ਤੇ ਬੈਠਾਂਗੇ, 24 ਘੰਟੇ ਦੀ ਭੁੱਖ ਹੜਤਾਲ ਚੱਲਿਆ ਕਰੇਗੀ। ਉਹਨਾਂ ਨੇ ਇਹ ਕਹਿਤਾ ਕਿ ਜਿਹੜੇ ਅੰਬਾਨੀਜ਼ ਦਾ ਜਾਂ ਅਡਾਨੀਜ਼ ਦੇ ਜਿਹੜੇ ਉਹ ਹੈਗੇ ਨੇ, ਅਸੀਂ ਉਹਨਾਂ ਦਾ ਟੋਟਲ ਬਾਇਕਾਟ ਕਰਾਂਗੇ। ਉਹਨਾਂ ਨੇ ਜੀਓ ਦੇ ਜਿਹੜੇ ਫੋਨ ਨੇ ਉਹ ਬੰਦ ਕਰਤੇ ਹੈ, ਪਲੱਸ ਅਡਾਨੀ ਦੇ ਜਿਹੜੇ ਬਣਾ ਰਹੇ ਨੇ ਸਾਈਲੋਜ਼ ਵਗੈਰਾ, ਉਹਨਾਂ ਦਾ ਵੀ ਉਹ ਵਿਰੋਧ ਕਰ ਰਹੇ ਹੈ। ਉਹਨਾਂ ਦੇ ਜਿਹੜੇ ਪ੍ਰੋਡਕਟਸ ਨੇ ਫੋਰਚੂਨਸ ਵਗੈਰਾ, ਇਹ ਜਿਹੜੇ ਆਏ ਹੈ, ਇਹਨਾਂ ਦਾ ਵੀ ਉਹਨਾਂ ਨੇ ਕਿਹਾ ਵੀ ਅਸੀਂ ਮੁਕੰਮਲ ਤੌਰ ਤੇ ਬਾਇਕਾਟ ਕਰਾਂਗੇ। ਸਾਰਿਆਂ ਨੂੰ ਅਪੀਲ ਵੀ ਕੀਤੀ ਹੈ ਕਿ ਤੁਸੀਂ ਬਾਇਕਾਟ ਕਰੋ। ਤਾਂ ਤੁਸੀਂ ਦੇਖੋ ਕਿ ਇਹ ਦੋ ਫੋਰਸਾਂ ਜਿਹੜੀਆਂ ਪਿੱਛੇ ਹੈਗੀਆਂ ਨੇ, ਚਾਹੇ ਅੰਬਾਨੀਜ਼ ਹੋਣ ਚਾਹੇ ਅਡਾਨੀਜ਼ ਹੋਣ, ਇਹ ਵੱਡੇ ਕਾਰਪੋਰੇਟ ਘਰਾਣੇ ਨੇ। ਇਹਨਾਂ ਦੇ ਜਿਹੜੇ ਬਿਜ਼ਨਸ ਵੀ ਦੇਖੋ ਉਹ ਬਹੁਤ ਮਾਈਨਰ ਬਿਜ਼ਨਸ ਹੋਣਗੇ ਜਿਹੜੇ ਅਸੀਂ ਹਿਲਾ ਪਾਵਾਂਗੇ। ਮਤਲਬ ਫਾਰਮਰ ਨੇ ਕਹਿਤਾ ਵੀ ਜੇ ਜੀਓ ਦੇ ਬੰਦ ਕਰ ਦੋ ਤਾਂ ਅਸੀਂ ਕਿੰਨੇ ਕੁ ਬੰਦ ਕਰ ਲਾਂਗੇ? ਮੰਨ ਲਓ ਕਰੋੜ ਬੰਦ ਕਰ ਲਾਂਗੇ, ਤਾਂ ਉਹਨਾਂ ਨੂੰ ਕਰੋੜ ਨਾਲ ਕੀ ਫਰਕ ਪੈ ਰਿਹਾ? ਮਤਲਬ ਜਿਹੜੇ ਬੰਦੇ ਐਡੇ ਅੰਪਾਇਰ ਖੜੇ ਬੈਠੇ ਆ, ਉਹਨਾਂ ਨੂੰ 1 ਕਰੋੜ ਮਤਲਬ ਅਸੀਂ ਨਹੀਂ ਦੇਵਾਂਗੇ ਤਾਂ ਕੀ 200-250 ਕਰੋੜ ਦਾ ਫਰਕ ਪਏਗਾ ਉਹਨਾਂ ਨੂੰ ਪਰ ਮੰਥ ਦਾ। ਤਾਂ ਉਹਨਾਂ ਨੂੰ ਇਹ ਕੀ ਸਮਝਦੇ ਨੇ? ਇਹ ਤਾਂ ਉਹਨਾਂ ਦਾ ਇਸ ਤੋਂ ਇਹ ਤਾਂ ਉਹਨਾਂ ਦੇ ਘੰਟੇ ਦੀਆਂ ਕਮਾਈਆਂ ਨੇ ਜਿਹੜੀਆਂ ਅਸੀਂ। ਲੇਕਿਨ ਮੈਂ ਕਹਿੰਦਾ ਫਿਰ ਵੀ ਅਗਰ ਅਸੀਂ ਸਾਰੇ ਇਕਜੁੱਟ ਹੋ ਕੇ ਉਹਨੂੰ ਹਿਲਾ ਪਾ ਰਹੇ ਹਾਂ, ਜਿਸ ਤਰ੍ਹਾਂ ਉਹ ਲਗਾਤਾਰ ਐਡਵਰਟਾਈਜ਼ਮੈਂਟਸ ਤੁਸੀਂ ਦੇਖਿਆ ਹੋਣਾ ਅਖਬਾਰਾਂ 'ਚ ਫੁੱਲ ਪੇਜ ਦੀ ਐਡਵਰਟਾਈਜ਼ਮੈਂਟ ਦੇਣ ਆਈ ਅਡਾਨੀ ਸਾਹਿਬ ਦੀ, ਤਾਂ ਕਿ ਵੀ ਅਸੀਂ ਉਹਦੇ ਬਿਜ਼ਨਸ 'ਚ ਨਹੀਂ ਆ, ਫਲਾਣੇ 'ਚ ਨਹੀਂ ਆ, ਟਮਕਾਣੇ 'ਚ ਨਹੀਂ ਆ।
ਇਹ ਸਾਰਾ ਦੇਣ ਦੀ ਲੋੜ ਕਿਉਂ ਪਈ ਹੈ? ਇਹਦਾ ਮਤਲਬ ਤੁਹਾਨੂੰ ਕਿਤੇ ਨਾ ਕਿਤੇ ਲੱਗ ਫਰਕ ਰਿਹਾ ਪੈ ਰਿਹਾ, ਕਿ ਹਿੱਲ ਰਹੇ ਹੋ ਤੁਸੀਂ। ਅਸੀਂ ਜੇ ਕਿਸਾਨ ਹੀ ਸਾਡੇ ਵਿਰੋਧ ਚ ਹੋ ਗਏ ਤਾਂ ਸਾਨੂੰ ਪ੍ਰੋਬਲਮ ਹੋ ਜਾਏਗੀ। ਲੰਗੇ ਦੀ ਨਹੀਂ ਸਰ, ਇਹ ਵੀ ਖਬਰਾਂ ਆਉਂਦੀਆਂ ਸੀ ਕਿ ਜਿਹੜੀ ਟੈਲੀਕਾਮ ਕੰਪਨੀ ਜੀਓ ਹੈ, ਅੰਬਾਨੀ ਦੀ ਕੰਪਨੀ ਹੈ, ਜੋ ਉਸ ਦੇ ਬਾਕੀ ਕੰਪਨੀਆਂ ਦੇ ਖਿਲਾਫ ਜਿਹੜਾ ਟਰਾਈ ਜਿਹੜੀ ਟੈਲੀਕਾਮ ਜਿਹੜੀ ਵੱਡੀ ਉਹ ਹੈ ਆਪਣੀ ਉਹਨਾਂ ਦੀ ਕੰਪਲੇਂਟ ਕੰਪਨੀ ਹੈ, ਉਹਨੂੰ ਕੰਪਲੇਂਟ ਲਿਖਦੇ ਨੇ ਕਿ ਇਹ 에ਅਰਟੈਲ ਹੋ ਗਿਆ ਜਾਂ ਦੂਜੀਆਂ ਜਿਹੜੀਆਂ ਕੰਪਨੀਆਂ ਨੇ ਉਹ ਸਾਡੇ ਗ੍ਰਾਹਕ ਤੋੜ ਰਹੀਆਂ ਨੇ। ਇਹ ਕਿਸਾਨੀ ਅੰਦੋਲਨ ਤੋਂ ਬਾਅਦ ਹੋਣ ਲੱਗਿਆ ਹੈ। ਹਾਂ ਦੇਖੋ, ਹਰ ਬਿਜ਼ਨਸ ਟੈਕਟਿਕਸ ਨੇ, ਮਤਲਬ ਜਦੋਂ ਤੁਸੀਂ ਮੈਦਾਨ ਦੇ ਵਿੱਚ ਆਏ ਤਾਂ ਇਹਨਾਂ ਕੰਪਨੀਆਂ ਨੇ ਸ਼ਿਕਾਇਤ ਕੀਤੀ ਸੀ। ਤੁਹਾਨੂੰ ਯਾਦ ਹੋਊਗਾ ਜਦੋਂ ਇਹ ਆਏ ਸੀਗੇ, ਇਹਨਾਂ ਨੇ ਸਭ ਤੋਂ ਪਹਿਲੇ ਫ੍ਰੀ ਕਰਤਾ ਸੀਗਾ, ਤਾਂ ਇਹਨਾਂ ਨੇ ਕਿਹਾ ਸੀ ਵੀ ਇਹ ਠੀਕ ਨਹੀਂ ਹੈ, ਇਹ ਬਿਜ਼ਨਸ ਐਥਿਕਸ ਨਹੀਂ ਹੈ, ਤੁਸੀਂ ਫ੍ਰੀ ਨਹੀਂ ਕਰ ਸਕਦੇ ਕੋਈ ਚੀਜ਼। ਤੁਸੀਂ ਆਪਣੇ ਪੈਸੇ ਦੇ ਜ਼ੋਰ ਨਾਲ ਫ੍ਰੀ ਕਰਕੇ ਸਾਰੀਆਂ ਕੰਪਨੀਆਂ ਨੂੰ ਲਗਭਗ ਬੰਦ ਕਰਨ ਦੇ ਕਿਨਾਰੇ ਕਰਤਾ। ਬਹੁਤ ਸਾਰੀਆਂ ਕੰਪਨੀਆਂ ਮਰਜ ਹੋ ਗਈਆਂ, ਘਾਟਾ ਨਾ ਸਹਿ ਮਰਜ ਹੋ ਗਈਆਂ ਜਾਂ ਬੰਦ ਹੋ ਗਈਆਂ, ਮਤਲਬ ਇਦਾਂ ਦੀ ਸਥਿਤੀ ਉਹਨਾਂ ਲਈ ਤੁਸੀਂ ਪੈਦਾ ਕਰਤੀ। ਅੱਜ ਜੇ ਉਹਨਾਂ ਨੂੰ ਮੌਕਾ ਮਿਲ ਗਿਆ ਤਾਂ ਕਿਉਂ ਨਾ ਕਰਨ? ਵੀ ਖੁੱਲਾ ਮੈਦਾਨ ਹੈ ਬਿਜ਼ਨਸ ਦਾ, ਤੁਸੀਂ ਵੀ ਇਸ ਤਰ੍ਹਾਂ ਕੀਤਾ ਤੇ ਹੁਣ ਨਾਲੇ ਤਾਂ ਲੋਕਾਂ ਦੀ ਆਪਣੀ ਚੋਇਸ ਹੈ ਜਿਹੜੀ ਸਿਮ ਪੋਰਟ ਕਰਵਾ ਰਹੇ ਨੇ। ਬਿਲਕੁਲ। ਸੋ ਇਹ ਜਿਹੜੀ ਚੀਜ਼ਾਂ ਨੇ, ਇਹ ਮੈਨੂੰ ਨਹੀਂ ਲੱਗਦਾ ਕਿ ਇਹ ਕੋਈ ਬਹੁਤੀਆਂ ਹੋਣੀ, ਲੇਕਿਨ ਪਰ ਇਹ ਇਸ ਗੱਲ ਵੱਲ ਇਸ਼ਾਰਾ ਕਰ ਰਹੀਆਂ ਨੇ ਕਿ ਉਹ ਅੰਦਰੋਂ ਹਿੱਲ ਰਹੇ ਨੇ ਤੇ ਇਹ ਇੱਕ ਚੰਗੀ ਮਤਲਬ ਉਹ ਹੈਗੀ ਹੈ, ਮਤਲਬ ਅੱਛੀ, ਇਹਨੂੰ ਮੈਂ ਤਾਂ ਕਹੂੰਗਾ ਵੀ ਚੰਗਾ ਰੁਝਾਨ ਹੈ ਕਿ ਅਗਰ ਉਹ ਦੇਖੋ ਫਾਰਮਰ ਬਹੁਤ ਛੋਟੇ ਨੇ ਪਰ ਛੋਟੇ ਛੋਟੇ ਮਿਲ ਕੇ ਵੀ ਇੱਕ ਵੱਡੇ ਤਾਂ ਬਣ ਸਕਦੇ ਆ ਨਾ। ਜਿਹੜਾ ਇੱਕ ਵੱਡਾ ਧਿਰ ਜਿਹੜੀ ਬਣ ਗਈ ਹੈ ਉਹ ਤਾਂ ਫਿਰ ਅੱਗੇ ਸਾਹਮਣੇ ਵੀ ਚਾਹੇ ਜਿੱਡੀ ਮਰਜ਼ੀ ਪੈਸੇ ਦੀ ਤਾਕਤ ਵਾਲਾ ਕੋਈ ਬੰਦਾ ਬੈਠਾ ਉਹਨੂੰ ਤਾਂ ਹਿਲਾ ਹੀ ਦੇਣਗੇ ਫਿਰ। ਤਾਂ ਉਹ ਤਾਕਤ ਇਹ ਜ਼ਰੂਰ ਬਣ ਗਈ ਹੈ। ਔਰ ਇਹ ਮੈਂ ਤਾਂ ਇਸ ਪੂਰੇ ਐਪੀਸੋਡ ਨੂੰ ਨਾ ਇੱਕ ਸਮੁੰਦਰ ਮੰਥਨ ਕਹਿਣਾ ਕਿ ਇੱਕ ਸਮੁੰਦਰ ਮੰਥਨ ਹੋ ਰਿਹਾ। ਇਹਦੇ ਵਿੱਚ ਜ਼ਹਿਰ ਵੀ ਨਿਕਲੇਗਾ, ਇਹਦੇ ਵਿੱਚੋਂ ਅੰਮ੍ਰਿਤ ਵੀ ਨਿਕਲੇਗਾ। ਤਾਂ ਮੈਂ ਇਸ ਗੱਲ ਦੇ ਉੱਤੇ ਮੈਂ ਬੜਾ ਖੁਸ਼ ਹਾਂ ਇਸ ਗੱਲ ਦੇ ਉੱਤੇ ਕਿ ਬਈ ਇੰਨਾ ਲੰਬਾ ਸੰਘਰਸ਼ ਚੱਲ ਰਿਹਾ, ਇੰਨਾ ਲੰਬਾ ਅੰਦੋਲਨ ਚੱਲ ਰਿਹਾ, ਔਰ ਇਹ ਅੰਦੋਲਨ ਜਿਹੜਾ ਇੰਨਾ ਲੰਬਾ ਚੱਲ ਰਿਹਾ ਇਹਦੇ ਨਾਲ ਐਗਰੀਕਲਚਰ ਜਿਹੜਾ ਹੈ ਉਹ ਇੱਕ ਸੈਂਟਰ ਸਬਜੈਕਟ ਹੋ ਗਿਆ। ਤੁਸੀਂ ਦੇਖੋ ਜਿਹੜੇ ਅਖਬਾਰ ਮਤਲਬ ਕਿਸਾਨਾਂ ਦੀ ਮਤਲਬ ਆਤਮ ਹੱਤਿਆਵਾਂ ਦੀ ਖਬਰ ਨੂੰ ਇੱਕ ਸਿੰਗਲ ਕਾਲਮਾਂ 'ਚ ਜਗ੍ਹਾ ਦਿੰਦੇ ਸੀ, ਛੋਟੀ ਜੀ ਜਗ੍ਹਾ ਦਿੰਦੇ ਸੀ, ਅੱਜ ਉਹ ਅਖਬਾਰ, ਨੈਸ਼ਨਲ ਟੀਵੀ ਚੈਨਲ ਸਾਰੇ ਮਿਲ ਕੇ ਮੇਨ ਲੀਡਾਂ ਹੀ ਨਹੀਂ ਛਾਪ ਰਹੇ, ਅੰਦਰ ਦੇ ਫੁੱਲ ਪੇਜ ਲਗਾ ਰਹੇ ਨੇ, 2-2 3-3 ਪੇਜ। ਮਤਲਬ ਇਹ ਕਿਸਾਨਾਂ ਦੀ ਸਟਰੈਂਥ ਹੈ। ਇਹ ਕਿਸਾਨਾਂ ਨੇ ਸਾਬਿਤ ਕਰਤਾ ਹੈ ਕਿ ਇਸ ਉਹਨਾਂ ਤੋਂ ਜ਼ਿਆਦਾ ਕੁਝ ਵੀ ਇੰਪੋਰਟੈਂਟ ਨਹੀਂ ਹੈ ਕੰਟਰੀ ਦੇ ਵਿੱਚ। ਇਹ ਜਿਹੜੀਆਂ ਚੀਜ਼ਾਂ ਨੇ ਇਹ ਇੱਕ ਸੰਘਰਸ਼ ਦੀ ਬਦੌਲਤ ਹੋਈਆਂ ਨੇ। ਹੁਣ ਜਿਹੜਾ ਤੁਸੀਂ ਗੱਲ ਕਰ ਰਹੇ ਸੀਗੇ ਕਿ ਨਵੀਂ ਸਿਰੇ ਤੋਂ ਕਿਵੇਂ ਸ਼ੁਰੂ ਹੋਏਗੀ, ਆਪਾਂ ਉਸ ਤੇ ਵੀ ਆਈਏ। ਕੱਲ ਜਿਹੜੀ ਚਿੱਠੀ ਲਿਖੀ ਹੈ ਉਹ ਮੈਂ ਸਾਰੀ ਚਿੱਠੀ ਪੜ੍ਹੀ, ਉਹ 5 ਪੇਜਾਂ ਦੀ ਚਿੱਠੀ ਹੈ, 4.5 ਪੌਣੇ 5 ਪੇਜਾਂ ਦੀ ਚਿੱਠੀ ਹੈ। ਉਹਦੇ 'ਚ ਉਹਨਾਂ ਨੇ ਕਿਹਾ ਕਿ ਅਸੀਂ ਤੁਹਾਨੂੰ ਪ੍ਰਸਤਾਵ ਦਿੱਤੇ ਸੀ, ਤੁਸੀਂ ਸਿਰਫ ਇੱਕ ਸਿੰਗਲ ਲਾਈਨ ਦਾ ਜਵਾਬ ਦਿੱਤਾ ਕਿ ਸਾਨੂੰ ਮਨਜ਼ੂਰ ਨਹੀਂ। ਸਾਨੂੰ ਘੱਟੋ ਘੱਟ ਦੱਸੋ ਤਾਂ ਸਹੀ ਕਿ ਕੀ ਨਹੀਂ ਤੁਹਾਨੂੰ ਮਨਜ਼ੂਰ। ਮਤਲਬ ਅਸੀਂ ਜਿਹੜੇ ਪ੍ਰਸਤਾਵ ਦਿੱਤੇ ਨੇ, ਸਾਡੇ ਕਿਹੜੇ ਪ੍ਰਸਤਾਵ 'ਚ ਗਲਤੀ ਹੈ, ਕਿਹੜੇ ਪ੍ਰਸਤਾਵ ਨੂੰ ਤੁਸੀਂ ਹੋਰ ਵਧਾਉਣਾ ਚਾਹੁੰਦੇ ਹੋ, ਸਾਨੂੰ ਇਸ ਤਰ੍ਹਾਂ ਦਾ ਪੂਰਾ ਤੁਸੀਂ ਇੱਕ ਉਹ ਕਿਉਂ ਨਹੀਂ ਬਣਾ ਕੇ ਦਿੰਦੇ। ਮਤਲਬ ਇੱਕ ਲਾਈਨ ਦੇ ਵਿੱਚ ਤਾਂ ਮਤਲਬ ਜਵਾਬ ਦੇਣਾ ਤਾਂ ਇਹ ਕੋਈ ਠੀਕ ਨਹੀਂ ਹੈ। ਸੋ ਇਹ ਪੂਰੀ ਚਿੱਠੀ ਉਹਨਾਂ ਨੇ ਸਾਰੀ ਯੂਨੀਅਨ ਦੇ ਜਿਹੜੇ ਪ੍ਰੈਜ਼ੀਡੈਂਟ ਹੈਗੇ ਨੇ ਸਭ ਨੂੰ ਲਿਖੀ ਹੈ। ਔਰ ਮੇਰਾ ਖਿਆਲ ਹੈ ਕਿ ਅੱਜ ਸ਼ਾਇਦ ਸਵੇਰੇ ਫਾਰਮਰਸ ਨੇ ਮੀਟਿੰਗ ਬੁਲਾਈ ਹੈ ਇਹਦੇ ਉੱਤੇ ਕਿ ਇਸ ਚਿੱਠੀ ਦਾ ਕੀ ਜਵਾਬ ਦੇਣਾ ਹੈ। ਪਲੱਸ ਉਹਨਾਂ ਨੇ ਇਹ ਵੀ ਕਹਿਤਾ, ਕੱਲ ਵੀ ਕਿਹਾ ਸੀ ਵੀ ਅਸੀਂ ਗੱਲਬਾਤ ਤੋਂ ਪਿੱਛੇ ਨਹੀਂ ਭੱਜ ਰਹੇ, ਗੱਲਬਾਤ ਅਸੀਂ ਕਰਾਂਗੇ, ਪਰ ਗੱਲਬਾਤ ਕਰਨ ਲਈ ਤੁਹਾਡੇ ਕੋਲ ਕੁਝ ਹੋਏ ਤਾਂ ਸਹੀ। ਅਸੀਂ ਤਾਂ ਤਿੰਨੋਂ ਬਿੱਲਾਂ ਦੀ ਇੱਕ ਜਿਹੜੀ ਮੱਦ ਹੈ ਉਸ ਤੇ ਤੁਹਾਨੂੰ ਆਪਣਾ ਵਿਰੋਧ ਦੱਸਤਾ, ਇਸ ਤੇ ਵੀ ਸਾਡਾ ਵਿਰੋਧ ਹੈ, ਇਸ ਤੇ ਵੀ ਸਾਡਾ ਵਿਰੋਧ ਹੈ, ਇਸ ਤੇ ਵੀ ਸਾਡਾ ਵਿਰੋਧ ਹੈ। ਤੁਸੀਂ ਕਹਿ ਰਹੇ ਹੋ ਆ ਵੀ ਠੀਕ ਕਰਤਾ, ਆ ਵੀ ਠੀਕ ਕਰਤਾ, ਆ ਵੀ ਠੀਕ ਕਰਤਾ, ਤਾਂ ਫਿਰ ਬਿੱਲ 'ਚ ਰਹਿ ਕੀ ਗਿਆ? ਜੇ ਤੁਸੀਂ ਸਾਰਾ ਬਿੱਲ ਹੀ ਠੀਕ ਕਰਤਾ ਤਾਂ ਬਿੱਲ ਨੂੰ ਵਿਡਰਾਅ ਕਰੋ, ਤਾਂ ਬਿੱਲ ਨੂੰ ਵਿਡਰਾਅ ਕਰੋ ਔਰ ਨਵੇਂ ਸਿਰੇ ਤੋਂ ਬਣਾਓ। ਫਿਰ ਉਹਦੇ ਵਿੱਚ ਦੇਖੋ, ਜਿਵੇਂ ਮੈਂ ਤੁਹਾਨੂੰ ਕਿਹਾ ਵੀ ਇਹ ਸਮੁੰਦਰ ਮੰਥਨ ਹੈ, ਇਹ ਇੱਕ ਬਹੁਤ ਅੱਛਾ ਮੌਕਾ ਹੈ ਪੂਰੇ ਕੰਟਰੀ ਦੀ ਐਗਰੀਕਲਚਰ ਦੇ ਵਿੱਚ। ਜੇ ਤਾਂ ਤੁਸੀਂ ਮੈਂ ਇਹ ਮੰਨ ਕੇ ਚੱਲੀਏ ਕਿ ਜਿਹੜਾ ਮੋਦੀ ਸਾਹਿਬ ਨੇ ਜਿਹੜੇ ਬਿੱਲ ਬਣਵਾਏ ਆ ਉਹ ਬਹੁਤ ਚੰਗੀ ਨੀਅਤ ਨਾਲ ਬਣਾਏ ਆ, ਮੈਂ ਇਹ ਵੀ ਮੰਨ ਕੇ ਚੱਲ ਰਿਹਾ। ਤਾਂ ਉਹਨਾਂ ਦੀ ਪਿੱਛੇ ਨੀਅਤ ਬਹੁਤ ਅੱਛੀ ਹੈ। ਬਿੱਲ ਦੀ ਡਰਾਫਟਿੰਗ ਖਰਾਬ ਹੋ ਸਕਦੀ ਹੈ, ਬਿੱਲ 'ਚ ਕੋਈ ਮਦਾਂ ਇਹ ਜੀਆਂ ਆ ਸਕਦੀਆਂ ਨੇ ਜਿਹੜੀਆਂ ਕਿਸਾਨਾਂ ਨੂੰ ਪਸੰਦ ਨਹੀਂ, ਇਹ ਹੋ ਸਕਦਾ ਹੈ, ਪਰ
ਇਹ ਬਣਾਉਣ ਤੋਂ ਪਹਿਲਾਂ ਕਿਸਾਨਾਂ ਨੂੰ ਕਿਉਂ ਨਹੀਂ ਪੁੱਛਿਆ ਗਿਆ? ਕਿਉਂ ਨਹੀਂ ਪੁੱਛਿਆ ਗਿਆ? ਉਹ ਸਭ ਤੋਂ ਵੱਡੇ ਸਟੇਕ ਹੋਲਡਰ ਨੇ ਨਾ, ਤੁਸੀਂ ਉਹਦੇ ਉੱਤੇ ਥੋਪਤਾ ਇਦਾਂ ਕਿਉਂ? ਤੁਸੀਂ ਸੱਤਾ ਦੇ ਮਤਲਬ ਨਸ਼ੇ 'ਚ ਚੂਰ ਹੋ, ਇਸ ਕਰਕੇ ਤੁਸੀਂ ਆਪਣੇ ਬਿੱਲ ਬਣਾਏ ਤੇ ਚੱਕ ਕੇ ਥੋਪਤੇ, ਔਰ ਪਾਰਲੀਮੈਂਟ 'ਚ ਤੁਸੀਂ ਇੰਨੇ ਮਤਲਬ ਬੁਰੀ ਤਰੀਕੇ ਨਾਲ ਪਾਸ ਕਰਾਏ ਨੇ। ਮੈਂ ਕੱਲ ਐਗਰੀਕਲਚਰ ਮਿਨਿਸਟਰ ਦਾ ਇੱਕ ਬਿਆਨ ਪੜ੍ਹ ਰਿਹਾ ਸੀ, ਉਹਨਾਂ ਨੇ ਕਿਸੇ ਨੂੰ ਇੰਟਰਵਿਊ ਦਿੱਤੀ ਹੋਈ ਹੈ ਕਿ ਅਸੀਂ 12 ਘੰਟੇ ਬਹਿਸ ਕਰਾਈ ਪਾਰਲੀਮੈਂਟ ਦੇ ਵਿੱਚ। ਮੈਂ ਉਹ 12 ਦੇ 12 ਘੰਟੇ ਬਹਿਸ ਸੁਣੀ ਹੈ, ਇੱਕ ਬੰਦੇ ਨੂੰ ਸੁਣਿਆ ਕਿ ਉਹਨੇ ਕੀ ਕਿਹਾ ਹੈ। ਮੈਨੂੰ ਤੁਸੀਂ ਦੱਸੋ ਨਾ, 12 ਘੰਟਿਆਂ ਦੇ ਵਿੱਚ ਜੇ 120 ਬੰਦੇ ਬੋਲੇ ਹੈ ਤਾਂ 120 ਬੰਦਿਆਂ ਨੇ 120 ਗੱਲਾਂ ਕਹੀਆਂ ਹੋਣੀਆਂ। ਤੁਸੀਂ ਕਹਿ ਸਕਦੇ ਹੋ ਕਿ ਜੀ ਮੈਕਸਿਮਮ ਗੱਲਾਂ ਪੋਲੀਟੀਕਲ ਸੀ, ਠੀਕ ਹੈ, ਪੋਲੀਟੀਕਲ ਹੋਣਗੀਆਂ। 5 ਜਾਂ 10 ਗੱਲਾਂ ਕੋਈ ਚੰਗੀਆਂ ਸੀ। ਜੇ 5 ਜਾਂ 10 ਗੱਲਾਂ ਕੋਈ ਚੰਗੀਆਂ ਸੀ ਤਾਂ ਤੁਸੀਂ ਕੀ ਉਹਨਾਂ ਚੋਂ ਇੱਕ ਵੀ ਗੱਲ ਇਹਨਾਂ 'ਚ ਇਨਕਾਰਪੋਰੇਟ ਕੀਤੀ ਬਿੱਲਾਂ ਦੇ ਵਿੱਚ? ਨਹੀਂ ਕੀਤੀ ਨਾ, ਤਾਂ ਫਿਰ ਉਹ ਜਿਹੜੀ 12 ਘੰਟੇ ਬਹਿਸ ਕਰਾਈ ਹੈ ਉਹਦਾ ਮਤਲਬ ਕੀ ਰਹਿ ਗਿਆ? ਬਹਿਸ ਦਾ ਮਤਲਬ ਇਹ ਹੁੰਦਾ ਹੈ ਕਿ ਜਿਹੜੀ ਇੱਕ ਡਰਾਫਟ ਚੀਜ਼ ਡਰਾਫਟ ਦੇ ਰੂਪ 'ਚ ਬਣਦੀ ਹੈ, ਉਹ ਮੈਂ ਤੁਹਾਨੂੰ ਦੇ ਦੂੰਗਾ। ਸਪੋਜ਼ ਮੈਂ ਬਣਾਈ ਹੈ, ਤੁਹਾਨੂੰ ਦਊਂਗਾ, ਇਹਨਾਂ ਨੂੰ ਦਊਂਗਾ, ABCD ਮੈਂ ਸਾਰੇ ਬੰਦਿਆਂ ਨੂੰ ਦੇ ਦੂੰਗਾ। ਉਸ ਦੇ ਉੱਤੇ ਅਸੀਂ ਬਹਿਸ ਕਰਾਂਗੇ, ਚਰਚਾ ਕਰਾਂਗੇ। ਤੁਸੀਂ ਆਪਣੀਆਂ 4 ਦਲੀਲਾਂ ਦੋਗੇ ਕਿ ਜੀ ਆਹ ਚੀਜ਼ਾਂ ਠੀਕ ਨਹੀਂ, ਇਹਦੇ ਨਾਲ ਆਹ ਫਰਕ ਪਊਗਾ। ਉਹ ਕੋਈ ਹੋਰ ਬੰਦਾ ਕਿਸੇ ਹੋਰ ਚੀਜ਼ਾਂ ਨਾਲ ਲਊਗਾ। ਅਗਰ ਅਸੀਂ ਸਾਰੇ ਬੰਦੇ ਉਸ ਗੱਲ ਤੇ ਸਹਿਮਤ ਹੋਵਾਂ, ਜਾਂ ਤਾਂ ਮੈਂ ਤੁਹਾਨੂੰ ਉਸ ਦੇ ਉੱਤੇ ਜਵਾਬ ਦਊਂਗਾ ਕਿ ਨਹੀਂ, ਆਹ ਤੁਹਾਡੀ ਵੀ ਗੱਲ ਗਲਤ ਹੈ, ਆਹ ਵੀ ਤੁਹਾਡੀ ਗੱਲ ਗਲਤ ਹੈ, ਆਹ ਵੀ ਤੁਹਾਡੀ ਗੱਲ ਗਲਤ ਹੈ। ਮੈਂ ਤੁਹਾਨੂੰ ਸੈਟੀਸਫਾਈ ਕਰਤਾ, ਤੁਸੀਂ ਕਿਹਾ ਵੀ ਹਾਂ ਠੀਕ ਹੈ, ਤੁਹਾਡੀ ਦਲੀਲ ਠੀਕ ਹੈ, ਮੈਂ ਸੈਟੀਸਫਾਈਡ ਹਾਂ। ਅਗਰ ਤੁਸੀਂ ਸੈਟੀਸਫਾਈਡ ਨਹੀਂ ਤਾਂ ਫਿਰ ਤੁਹਾਡੀ ਦਲੀਲ ਨੂੰ ਮੈਨੂੰ ਐਂਟਰ ਕਰਨਾ ਪਊਗਾ ਨਾ, ਉਹ ਚ ਇਨਕਾਰਪੋਰੇਟ ਕਰਨਾ ਪਊਗਾ ਤਾਂ ਕਿ ਸਾਰੀ ਗੱਲ ਆ ਜੇ। ਹੁਣ ਉਹ ਚੀਜ਼ਾਂ ਸਾਰੀਆਂ, ਉਹਨਾਂ ਚ ਇੱਕ ਵੀ ਚੀਜ਼ ਨਹੀਂ ਲਾਗੂ ਕੀਤੀ। ਜਦੋਂ ਆਪਾਂ ਇੱਕ ਵੀ ਚੀਜ਼ ਲਾਗੂ ਹੀ ਨਹੀਂ ਕਰ ਰਹੇ ਤਾਂ ਉਹਦਾ ਇਹਨਾਂ ਚੀਜ਼ਾਂ ਦਾ ਕੀ ਮਤਲਬ ਬਣਿਆ? ਸੋ ਇੱਕ ਤਾਂ ਇਹ ਇਹਨਾਂ ਨੇ ਜਿਹੜਾ ਇਹ ਕੀਤਾ, ਲੇਕਿਨ ਆਹ ਕਰਦੇ ਸਾਰੀ ਨਾਲ ਹੀ ਇੱਕ ਦਿਨ ਪਹਿਲਾਂ ਤੁਸੀਂ ਸਾਰੇ ਆੜਤੀਆਂ ਦੇ ਉੱਤੇ ਇੱਕ ਪਾਸੇ ਤੋਂ ਚਿੱਠੀਆਂ ਲਿਖੀ ਜਾ ਰਹੇ ਹੋ, ਦੂਜੇ ਪਾਸੇ ਤੁਸੀਂ ਆੜਤੀਆਂ ਤੇ ਮਤਲਬ ਛਾਪੇਮਾਰੀ ਕਰੀ ਜਾ ਰਹੇ ਹੋ। ਇਹ ਜਿਹਾ ਇੱਕ ਦਿਨ ਚ ਕੀ ਹੋ ਗਿਆ ਵੀ ਮਤਲਬ ਸਾਰੇ ਪੰਜਾਬ ਦੇ ਜਿਹੜੇ ਆੜਤੀਏ ਨੇ ਉਹ ਡਿਫਾਲਟਰ ਹੋ ਗਏ ਜਾਂ ਉਹ ਬਹੁਤ ਘਪਲੇ ਕਰਕੇ ਬੈਠ ਗਏ ਇੱਥੇ? ਮਤਲਬ ਇਹ ਜਿਹਾ ਕੀ ਹੋਇਆ? ਤੇ ਪਹਿਲਾਂ ਇਹ ਕਾਰਵਾਈਆਂ ਕਿਉਂ ਨਹੀਂ ਕੀਤੀਆਂ? ਕਿਉਂ ਨਹੀਂ ਹੋਈਆਂ? ਦੂਜਾ, ਤੁਸੀਂ ਉਹਨਾਂ ਨੇ ਕਿਹਾ ਨਹੀਂ ਅਸੀਂ ਇਹਨਾਂ ਨੂੰ 4 ਦਿਨ ਪਹਿਲਾਂ ਇਨਕਮ ਟੈਕਸ ਦੇ ਨੋਟਿਸ ਦਿੱਤੇ ਹੋਏ ਆ, ਤਾਂ ਫਿਰ ਤੁਸੀਂ ਉਹਨਾਂ ਦਾ ਜਵਾਬ ਕਿਉਂ ਨਹੀਂ ਲਿੱਤਾ ਹਜੇ ਤੱਕ? ਕੀ ਤੁਸੀਂ ਵੇਟ ਕੀਤੀ ਕਿ ਉਹ ਜਿਹੜੇ ਤੁਸੀਂ ਨੋਟਿਸ ਭੇਜ, ਆਪਾਂ ਨੋਟਿਸ ਕਿਉਂ ਭੇਜਦੇ ਆ ਕਿਸੇ ਬੰਦੇ ਨੂੰ? ਨੋਟਿਸ ਇਸ ਭੇਜਦੇ ਆ ਕਿ ਵੀ ਤੇਰੇ ਖਿਲਾਫ ਇਹ ਸਾਨੂੰ ਸ਼ੱਕ ਹੈ, ਆਹ ਚੀਜ਼ਾਂ ਦਾ ਸਾਨੂੰ, ਅਸੀਂ ਤੇਰੀਆਂ ਇਨਕਮ ਟੈਕਸ ਦੀਆਂ ਰਿਟਰਨਾਂ ਦੇਖੀਆਂ ਨੇ, ਔਰ ਸਾਡੇ ਜਿਹੜੇ ਪੈਰਲਰ ਅਸੀਂ ਜਿਹੜੀਆਂ ਜਾਂਚ ਕਰਦੇ ਹੁੰਦੇ ਆ ਉਹਦੇ ਨਾਲ ਅਸੀਂ ਦੇਖਿਆ ਵੀ ਤੇਰੀ ਇਨਕਮ ਤਾਂ ਇੰਨੀ ਹੋਣੀ ਚਾਹੀਦੀ ਹੈ, ਤੂੰ ਸ਼ੋ ਇੰਨੀ ਕਰ ਰਿਹਾ ਤੇ ਇਹ ਬਾਕੀ ਦੀ ਇਨਕਮ ਕਿੱਥੇ ਹੈ, ਤੂੰ ਉਹਦਾ ਟੈਕਸ ਕਿਉਂ ਨਹੀਂ ਭਰਿਆ? ਇਸ ਤਰ੍ਹਾਂ ਦਾ ਅਸੀਂ ਇੱਕ ਨੋਟਿਸ ਜਾਰੀ ਕਰਦੇ ਹਾਂ, ਫਿਰ ਉਹ ਨੋਟਿਸ ਦਾ ਜਵਾਬ ਦਿੰਦਾ। ਜੇ ਤੁਸੀਂ ਉਸ ਜਵਾਬ ਤੋਂ ਸੰਤੁਸ਼ਟ ਨਹੀਂ ਹੋ ਤਾਂ ਤੁਸੀਂ ਉਹਦੇ ਘਰੇ ਰੇਡ ਕਰਦੇ ਹੋ, ਸਰਵੇ ਕਰਦੇ ਹੋ, ਮਤਲਬ ਕਿ ਹਾਂ ਉਹਦੀਆਂ ਬੁੱਕਸ ਚੈੱਕ ਕਰਦੇ ਹੋ, ਮਤਲਬ ਉਹਦੇ ਜਿਹੜੇ ਸਮਾਨ ਘਰ ਲੱਗਿਆ ਹੋਇਆ ਹੈ, ਉਹਦੀ ਚਲ ਅਚਲ ਜਾਇਦਾਦ ਜਿਹੜੀ ਹੋ ਸਕਦਾ ਕੋਈ ਬੇਨਾਮੀ ਵੀ ਹੋਵੇ, ਉਹ ਸਾਰੀਆਂ ਤੁਸੀਂ ਕੱਢਦੇ ਹੋ, ਹੈਨਾ? ਫਿਰ ਤੁਸੀਂ ਉਹ ਸਾਰਾ ਬਣਾ ਕੇ ਇੱਕ ਕੋਰਟ ਦੇ ਵਿੱਚ ਕੇਸ ਕਰਦੇ ਹੋ ਵੀ ਇਹਨੇ ਇਹ ਚੀਜ਼ਾਂ ਗਲਤ ਕੀਤੀਆਂ ਨੇ। ਪਰ ਇਹ ਤਾਂ ਤੁਸੀਂ ਵੇਟ ਹੀ ਨਹੀਂ ਕੀਤੀ, ਤੁਸੀਂ ਆੜਤੀਆਂ ਨੂੰ 4 ਦਿਨ ਪਹਿਲਾਂ ਨੋਟਿਸ ਦਿੱਤਾ, ਉਹਨਾਂ ਨੇ ਹਜੇ ਤੱਕ ਕਿਸੇ ਨੇ ਵੀ ਜਵਾਬ ਨਹੀਂ ਦਿੱਤਾ। ਜਵਾਬ ਦੇਣ ਦਾ ਇੰਤਜ਼ਾਰ ਕੀਤੇ ਤੋਂ ਪਹਿਲਾਂ ਹੀ ਤੁਸੀਂ ਉਹਨਾਂ ਦੇ ਰੇਡ ਕਰ ਦਿੱਤੀ। ਮਤਲਬ ਇਹ ਚੀਜ਼ਾਂ ਜਿਹੜੀਆਂ ਨੇ ਨਾ ਕਾਨੂੰਨੀ ਤੌਰ ਤੇ ਸਹੀ ਨਹੀਂ। ਦੂਜਾ, ਕੈਪਟਨ ਸਾਹਿਬ ਉਹਨਾਂ ਨੇ ਦੇਖੋ ਇਹਦੇ ਚ ਬਹੁਤ ਅੱਛਾ ਮਤਲਬ ਜਿਹੜਾ ਉਹਨਾਂ ਨੇ ਬਿਆਨ ਜਾਰੀ ਕੀਤਾ ਸੀ ਉਸ ਦਿਨ, ਪਰਸੋਂ ਸ਼ਨੀਵਾਰ ਨੂੰ, ਉਹ ਬਹੁਤ ਅੱਛਾ ਸੀਗਾ। ਮੈਂ ਉਹਦੇ ਕਈ ਨੁਕਤੇ ਮੈਨੂੰ ਬੜੇ ਇੰਪੋਰਟੈਂਟ ਲੱਗੇ ਆ। ਉਹਨਾਂ 'ਚ ਇੱਕ ਸੀ ਨੁਕਤਾ ਕਿ ਆਮ ਤੌਰ ਤੇ ਕੀ ਹੁੰਦਾ ਕਿ ਜਦੋਂ ਇਦਾਂ ਦੀ ਇਨਕਮ ਟੈਕਸ ਡਿਪਾਰਟਮੈਂਟ ਜਿਹੜਾ ਹੈਗਾ ਰੇਡ ਕਰਦਾ ਕਿਸੇ ਉੱਤੇ, ਤਾਂ ਉਹ ਮਤਲਬ ਰੇਡ ਕਰਕੇ ਰੇਡ ਕਰਨ ਜਦੋਂ ਜਾਂਦੇ ਆ ਉਦੋਂ ਉਹ ਜਿਹੜੀ ਲੋਕਲ ਪੁਲਿਸ ਹੈ ਉਹਦੀ ਸਹਾਇਤਾ ਲੈਂਦੇ ਆ ਕਿ ਅਸੀਂ ਰੇਡ ਕਰਨ ਜਾਣਾ ਹੈ। ਉਹ ਦੱਸਦੇ ਨਹੀਂ ਹੈ ਕਿ ਜਾਣਾ ਕਿੱਥੇ ਹੈ, ਵੀ ਤੁਸੀਂ ਸਾਨੂੰ ਆਪਣੀ ਫੋਰਸ ਦੇ ਦਿਓ। ਉਹ ਫੋਰਸ ਦਿੱਤੀ ਜਾਂਦੀ ਹੈ ਉਹਨਾਂ ਨੂੰ, ਮਤਲਬ ਮਨਾ ਹੀ ਨਹੀਂ ਕਰ ਸਕਦੇ ਅਸੀਂ। ਉਹ ਫੋਰਸ ਪ੍ਰੋਪਰ ਉਹਨਾਂ ਨੂੰ ਮਿਲਦੀ ਹੈ, ਜਿੰਨੀ ਚਾਹੁੰਦੇ ਆ ਓਨੀ ਮਿਲਦੀ ਹੈ, ਔਰ ਉਹਨਾਂ ਨਾਲ ਬਕਾਇਦਾ ਜਾਂਦੀ ਹੈ। ਤੇ ਜਦ ਤੱਕ ਰੇਡ ਚੱਲਦੀ ਹੈ ਉਹ ਪੁਲਿਸ ਵਾਲੇ ਉੱਥੇ ਹੀ ਰਹਿੰਦੇ ਆ, ਉਹ ਗੱਲਬਾਤ ਵੀ ਨਹੀਂ ਕਰ ਸਕਦੇ ਕਿਸੇ ਨਾਲ ਬਾਹਰ। ਪਰ ਇਹਦੇ ਵਿੱਚ ਇਹਨਾਂ ਨੇ ਕੀ ਕੀਤਾ, CRP ਦੀ ਟੀਮਾਂ ਬੁਲਾਈਆਂ, ਯਾਨੀ ਸੈਂਟਰਲ ਰਿਜ਼ਰਵ ਫੋਰਸ ਬੁਲਾਈ, ਜਿਹੜੀ ਕਿ ਆਮ ਤੌਰ ਤੇ ਕਦੇ ਵੀ ਨਹੀਂ ਜਾਂਦੀ ਹੁੰਦੀ। ਤਾਂ ਮਤਲਬ ਇਹ ਚੀਜ਼ਾਂ ਜਿਹੜੀਆਂ ਨੇ ਇਹ ਸਾਬਿਤ ਕਰਦੀਆਂ ਨੇ ਕਿ ਸੈਂਟਰ ਗਵਰਨਮੈਂਟ ਹੈ, ਸਟੇਟ ਗਵਰਨਮੈਂਟ ਹੈ।
ਜਦਕਿ ਇੱਥੇ ਅਲੱਗ-ਅਲੱਗ ਨਹੀਂ ਹੈ। ਹੂੰ ਸੈਂਟਰ ਔਰ ਸਟੇਟ ਦੇ ਰਿਲੇਸ਼ਨਸ ਨੇ ਆਪਸ 'ਚ। ਹੂੰ ਸੈਂਟਰ ਦਬਾਅ ਵੀ ਬਣਾ ਸਕਦੀ ਹੈ ਸਟੇਟਾਂ ਦੇ ਉੱਤੇ, ਹੂੰ ਸਟੇਟਾਂ ਜਵਾਬ ਵੀ ਦੇ ਸਕਦੀਆਂ ਸੈਂਟਰ ਨੂੰ, ਲੇਕਿਨ ਇੱਕ ਇਹ ਤਰੀਕੇ ਅਪਣਾਓ ਤਾਂ ਸਹੀ, ਅਪਣਾਏ ਬਿਨਾਂ ਹੀ ਚੱਲ ਕੰਮ ਕਰਦਾ। ਹੂੰ ਸੋ ਇਦਾਂ ਦੀਆਂ ਕਈ ਚੀਜ਼ਾਂ ਨੇ ਜਿਹੜੀਆਂ ਮਤਲਬ ਮੈਂ ਜਿਹੜਾ ਕਿਹਾ ਵੀ ਅੰਦੋਲਨ ਜਿੱਥੇ ਫਾਰਮਰਸ ਦੇ ਇਕਜੁੱਟ ਹੋਣ ਕਰਕੇ ਬਹੁਤ ਮਜ਼ਬੂਤ ਹੈ, ਉੱਥੇ ਜਿਹੜੀ ਸਰਕਾਰ ਹੈ ਉਹ ਵੀ ਉਹਨਾਂ ਨੂੰ ਤੋੜਨ ਦੇ ਲਈ ਹਰ ਹੀਲਾ ਵਰੇ ਦਾਮ, ਜਿਵੇਂ ਕਹਿੰਦੇ ਨੇ ਸਾਮ ਦਾਮ ਦੰਡ ਭੇਦ, ਸਭ ਤਰੀਕੇ ਅਪਣਾਣੇ, ਉਹ ਸਭ ਤਰੀਕੇ ਅਪਣਾਏ ਜਾ ਰਹੇ ਆ। ਔਰ ਇਸ ਦੇ ਬਾਵਜੂਦ ਮੈਂ ਇਹ ਕਹਿ ਰਿਹਾ ਕਿ ਇਸ ਦੇ ਬਾਵਜੂਦ ਕਿ ਇੱਕ ਪਾਸੇ ਤੁਸੀਂ ਦੇਖੋ ਕਿ ਮਤਲਬ ਉਹਨਾਂ ਦੇ ਸਮਰਥਕਾਂ ਤੇ ਰੇਡ ਪੈ ਰਹੀ ਹੈ, ਉਹਨਾਂ ਦੇ ਬੰਦੇ ਮਰ ਰਹੇ ਆ, ਸਰਦੀਆਂ ਦੇ ਵਿੱਚ ਬੈਠੇ ਆ, ਉਹ ਆਪਣੇ ਕੰਮ ਧੰਦੇ ਛੱਡੀ ਬੈਠੇ ਆ, ਦਬਾਅ ਵੀ ਬਣਾ ਸਕਦੀ ਹੈ ਸਟੇਟਾਂ ਦੇ ਉੱਤੇ, ਲੇਕਿਨ ਇਹ ਤਰੀਪਨਾ ਇਹ ਬਿਨਾਂ ਹੀ ਚੱਲ ਕੰਮ ਕਰਦਾ। ਸੋ ਇਦਾਂ ਦੀਆਂ ਕਈ ਚੀਜ਼ਾਂ ਨੇ ਜਿਹੜੀਆਂ ਮਤਲਬ ਮੈਂ ਜਿਹੜਾ ਕਿਹਾ ਵੀ ਅੰਦੋਲਨ ਜਿੱਥੇ ਫਾਰਮਰਸ ਦੇ ਇਕਜੁੱਟ ਹੋਣ ਕਰਕੇ ਬਹੁਤ ਮਜ਼ਬੂਤ ਹੈ, ਉੱਥੇ ਜਿਹੜੀ ਸਰਕਾਰ ਹੈ ਉਹ ਵੀ ਉਹਨਾਂ ਨੂੰ ਤੋੜਨ ਦੇ ਲਈ ਹਰ ਹੀਲਾ ਵਰੇ ਦਾਮ, ਜਿਵੇਂ ਕਹਿੰਦੇ ਨੇ ਸਾਮ ਦਾਮ ਦੰਡ ਭੇਦ, ਸਭ ਤਰੀਕੇ ਅਪਣਾਣੇ, ਉਹ ਸਭ ਤਰੀਕੇ ਅਪਣਾਏ ਜਾ ਰਹੇ ਆ। ਔਰ ਇਸ ਦੇ ਬਾਵਜੂਦ ਮੈਂ ਇਹ ਕਹਿ ਰਿਹਾ ਕਿ ਇਸ ਦੇ ਬਾਵਜੂਦ ਕਿ ਇੱਕ ਪਾਸੇ ਤੁਸੀਂ ਦੇਖੋ ਕਿ ਮਤਲਬ ਉਹਨਾਂ ਦੇ ਉਹਨਾਂ ਦੇ ਬੰਦੇ ਮਰ ਰਹੇ ਆ, ਸਰਦੀਆਂ ਦੇ ਵਿੱਚ ਬੈਠੇ ਆ, ਉਹ ਆਪਣੇ ਕੰਮ ਧੰਦੇ ਛੱਡੀ ਬੈਠੇ ਆ, ਦਬਾਅ ਵੀ ਬਣਾ ਸਕਦੀ ਹੈ ਸਟੇਟਾਂ ਦੇ ਉੱਤੇ, ਲੇਕਿਨ ਇਹ ਤਰੀਪਨਾ ਇਹ ਬਿਨਾਂ ਹੀ ਚੱਲ ਕੰਮ ਕਰਦਾ। ਸੋ ਇਦਾਂ ਦੀਆਂ ਕਈ ਚੀਜ਼ਾਂ ਨੇ ਜਿਹੜੀਆਂ ਮਤਲਬ ਮੈਂ ਜਿਹੜਾ ਕਿਹਾ ਵੀ ਅੰਦੋਲਨ ਜਿ ਫਾਰਮਰਸ ਦੇ ਇਕਜੁੱਟ ਹੋਣ ਕਰਕੇ ਬਹੁਤ, ਉੱਥੇ ਜਿਹੜੀ ਸਰਕਾਰ ਹੈ ਉਹ